तू मेरो मेर परब स्वामी, ओट गही मैं तेरी। ना तुम डोलो ना हम गिरते, रख लीनी हर मेरी। ना तुम डोलो ना हम गिरते, रख लीनी हर मेरी। तेरे कवन कवन गुण कह कह गावां, तू साहिब गुणी निधाना। तुमरी महिमा बरन न साकों, तू ठाकुर ऊच भगवाना। तुमरी महिमा बरन न साकों, तू ठाकुर ऊच भगवाना। जगत भिखारी फिरत है, सबको दाता राम। कहो नानक मन सिमरते, पूरन होवै काम। जगत भिखारी फिरत है, सबको दाता राम। कहो नानक मन सिमरते, पूरन होवै काम। ਸਾਹਿਬਾਂ ਦੀ ਮੁਕੱਦਸ ਮੁਬਾਰਕ ਖੁਸ਼ੀਆਂ ਭਰੀ ਗੋਦ ਅੰਦਰ ਸਜ ਬੈਠੇ ਸਤ ਸੰਗੀ ਜਨੋ, ਵੱਡ ਭਾਗੇ ਖਾਂ। ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਅੰਦਰ ਬੈਠ ਕੇ ਗੁਰਮੁਖ ਪਿਆਰਿਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਤਿਗੁਰ ਦਾਤਾ ਰਹਿਮਤ ਕਰੇ, ਕਿਰਪਾ ਕਰੇ। ਪਾਵਨ ਬਾਣੀ ਸਾਡੇ ਹਿਰਦੇ ਦਾ ਸ਼ਿੰਗਾਰ ਬਣ ਜੇ ਤੇ ਬਾਣੀ ਅਨੁਸਾਰ ਸਾਨੂੰ ਜੀਵਨ ਜਿਉਣਾ ਆਦਾ ਹੈ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੀ ਚਾਦਰ, ਸਤਿਗੁਰੂ ਜੀ ਨੇ ਜੋ ਉਪਦੇਸ਼ ਇਸ 40 ਨੰਬਰ ਸਲੋਕ ਦੇ ਅੰਦਰ ਸਾਨੂੰ ਕੀਤਾ, ਉਸ ਨੂੰ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਜੀ ਨੇ ਪਾਵਨ ਬਚਨਾਂ ਦੇ ਅੰਦਰ ਬੜੀਆਂ ਗੂੜ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਬੜਾ ਵਿਰਲਾ ਹਿਰਦਾ ਹੁੰਦਾ ਹੈ ਜਿਸ ਹਿਰਦੇ ਦੇ ਅੰਦਰ ਬਾਣੀ ਟਿਕ ਜਾਂਦੀ ਹੈ। ਕਿਸੇ ਚੀਜ਼ ਨੂੰ ਟਿਕਾਉਣ ਦੇ ਲਈ ਭਾਂਡਾ ਚਾਹੀਦਾ। ਕੋਈ ਵੀ ਚੀਜ਼ ਸੰਸਾਰ ਦੇ ਉੱਤੇ ਹੈ, ਜੇਕਰ ਆਪਾਂ ਚਾਹੁੰਦੇ ਹਾਂ ਕਿ ਵੀ ਇਹ ਟਿਕ ਜਾਏ, ਉਹਦੇ ਲਈ ਭਾਂਡਾ ਬੜਾ ਜ਼ਰੂਰੀ ਹੈ। ਭਾਂਡਾ ਹੋਏਗਾ, ਉਹ ਚੀਜ਼ ਉਹਦੇ ਵਿੱਚ ਪਏਗੀ ਤੇ ਟਿਕੀ ਰਹੇਗੀ। ਇਸੇ ਤਰ੍ਹਾਂ ਗੁਰਬਾਣੀ ਨੂੰ ਵੀ ਭਾਂਡੇ ਦੀ ਲੋੜ ਹੈ।
ਗੁਰਬਾਣੀ ਨੂੰ ਹਿਰਦੇ ਰੂਪੀ ਭਾਂਡੇ ਦੀ ਲੋੜ ਹੈ। ਜਦੋਂ ਆਪਾਂ ਹਿਰਦੇ ਰੂਪੀ ਭਾਂਡੇ ਨੂੰ ਗੁਰੂ ਦੇ ਸਾਹਮਣੇ ਕਰਦੇ ਹਾਂ ਨਾ, ਉਦੋਂ ਫਿਰ ਗੁਰੂ ਇਸ ਹਿਰਦੇ ਰੂਪੀ ਭਾਂਡੇ ਦੇ ਅੰਦਰ ਸ਼ਬਦ ਪਾਉਂਦਾ ਹੈ। ਸ਼ਬਦ ਸਾਡੀ ਰਸਨਾ ਤੇ ਟਿਕਦਾ ਹੈ, ਰਸਨਾ ਤੋਂ ਫਿਰ ਉਹ ਹਿਰਦੇ ਤੱਕ ਪਹੁੰਚਦਾ ਹੈ, ਉਹਦੀ ਪਹੁੰਚ ਹੁੰਦੀ ਹੈ ਹਿਰਦੇ ਤੱਕ। ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਹ ਪਾਵਨ ਬਚਨ ਅਰਦਾਸ ਕਰੀਏ ਸਤਿਗੁਰੂ ਜੀ ਦੇ ਚਰਨਾਂ 'ਚ ਸਾਡੇ ਹਿਰਦੇ ਅੰਦਰ ਵਸ ਜਾਣ। ਆਓ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਓ ਪਿਆਰ ਸਤਿਕਾਰ ਅਤੇ ਅਦਬ ਦੇ ਨਾਲ। ਦੋਵੇਂ ਹੱਥ ਜੋੜ ਕੇ ਇੱਕੇ ਵਾਰੀ ਕਹਿਣ ਤੇ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਬਚਨ ਅੰਦਰ ਤਿੰਨ ਗੱਲਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਨਾਲ ਸਾਂਝੀਆਂ ਕਰਦੇ ਨੇ। ਪਹਿਲੀ ਗੱਲ, ਜਗਤ ਭਿਖਾਰੀ ਫਿਰਤ ਹੈ। ਜਗਤ, ਥੋੜ੍ਹੇ ਜਿਹੇ ਇਹਦੇ ਅਰਥ ਕਰ ਲਈਏ, ਫਿਰ ਆਪਾਂ ਇਹਦੀ ਵਿਚਾਰ ਕਰਾਂਗੇ। ਜਗਤ ਦਾ ਭਾਵ ਕੀ ਹੈ? ਇੱਥੇ ਜਗਤ ਦਾ ਭਾਵ ਇਕੱਲਾ ਆ ਜਿਹੜਾ ਆਪਾਂ ਵੇਖ ਰਹੇ ਹਾਂ ਨਾ ਸੰਸਾਰ, ਇਹੀ ਨਹੀਂ ਹੈ। ਜਗਤ ਦਾ ਅਰਥ ਹੈ ਸਮੁੱਚਾ ਬ੍ਰਹਿਮੰਡ, ਪਲੈਨਟ ਜੋ ਸਤਿਗੁਰੂ ਜੀ ਗੱਲ ਕਰਦੇ ਆ, ਪਾਤਾਲਾਂ ਪਤਾਲ, ਲੱਖ ਅਗਾਸਾਂ ਅਗਾਸ ਦੀ। ਇੱਕ ਥੋੜ੍ਹਾ ਸੰਸਾਰ ਬੜਾ ਵੱਡਾ। ਸਤਿਗੁਰੂ ਜੀ ਕਹਿੰਦੇ ਆ ਉਹ ਜਗਤ, ਹਰੇਕ ਜਗਤ ਦੇ ਅੰਦਰ ਹਰੇਕ ਜੀਵ ਰਹਿਣ ਵਾਲਾ ਜਗਤ ਭਿਖਾਰੀ ਫਿਰਤ ਹੈ। ਸਭ ਭਿਖਾਰੀ ਨੇ। ਭਿਖਾਰੀ ਦਾ ਅਰਥ ਹੁੰਦਾ ਹੈ ਮੰਗਣ ਵਾਲਾ। ਪਹਿਲੀ ਗੱਲ, ਜਗਤ ਭਿਖਾਰੀ ਹੈ। ਦੂਜੀ ਗੱਲ, ਸਭ ਕੋ ਦਾਤਾ ਰਾਮ। ਇਸ ਪੂਰੇ ਪਲੈਨਟ ਦੇ ਅੰਦਰ, ਪੂਰੇ ਬ੍ਰਹਿਮੰਡ ਸੰਸਾਰ ਦੇ ਅੰਦਰ ਇੱਕੋ ਹੀ ਜੋਤ ਦਾ ਪਸਾਰਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਘਟ ਘਟ ਮੈਂ ਹਰ ਜੂ ਵਸੈ। ਉਹ ਨਿਰੰਕਾਰ ਸਭਨੀ ਘਟੀ ਸੋ ਵਸੈ, ਜਿਹੜਾ ਸਭ ਥਾਵਾਂ 'ਤੇ ਵਸਦਾ। ਹਰੇਕ ਸੰਸਾਰ ਦੇ ਵਿੱਚ, ਪਤਾਲ ਬ੍ਰਹਿਮੰਡ ਖੰਡ ਸਭ ਵਿੱਚ ਰਹਿੰਦਾ। ਸਭ ਕੋ ਦਾਤਾ ਰਾਮ। ਫਿਰ ਇੱਕ ਬੇਨਤੀ ਧਿਆਨ ਨਾਲ ਸੁਣਿਓ। ਸਭ ਜਿਹੜਾ ਸ਼ਬਦ ਹੈ ਨਾ, ਉਹਦੇ ਵੀ ਭਾਵ ਅਰਥ ਕੋਈ ਛੋਟੇ ਨਹੀਂ ਆਪਾਂ ਲੈਣੇ, ਥੋੜ੍ਹਾ ਜਿਹਾ ਉਹਨੂੰ ਵੱਡਾ ਕਰਕੇ ਉਹਦਾ ਪਸਾਰਾ ਵੇਖਿਓ। ਸਭ ਜਿਹੜਾ, ਸਭ ਕੋ ਦਾਤਾ ਰਾਮ। ਜਦੋਂ ਤੁਸੀਂ ਚੌਪਈ ਸਾਹਿਬ ਬਾਣੀ ਪੜ੍ਹਦੇ ਹੋ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਬੜਾ ਪਿਆਰਾ ਬਚਨ ਇਸ ਸਭ ਸ਼ਬਦ ਦੇ ਨਾਲ ਜੋੜਦੇ ਆ। ਜਦੋਂ ਆਪਾਂ ਬਚਨ ਪੜ੍ਹਦੇ ਆ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਹੁਣ ਜਗਤ ਦੇ ਅੰਦਰ ਜੀਵਾਂ ਦਾ ਵੀ ਪਸਾਰ ਹੈ, ਹਰੇਕ ਭਾਂਤ ਭਾਂਤ ਦਾ ਜੀਵ ਹੈ। ਸਤਿਗੁਰੂ ਜੀ ਕਹਿੰਦੇ ਆ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਾਰਿਆਂ ਤੇ ਉਹਦੀ ਦ੍ਰਿਸ਼ਟੀ ਹੈ, ਇੱਕ ਨਜ਼ਰ ਦੇ ਨਾਲ ਸਭ ਨੂੰ ਵੇਖਦਾ। ਇਸ ਕਰਕੇ ਸਭ ਕੋ ਦਾਤਾ ਰਾਮ। ਅਗਲੀ ਪੰਕਤੀ, ਸਤਿਗੁਰੂ ਜੀ ਕਹਿੰਦੇ ਆ, ਕਹੋ ਨਾਨਕ ਮਨ ਸਿਮਰ ਤੇ। ਦੋ ਗੱਲਾਂ ਮੈਂ ਸਾਂਝੀਆਂ ਕੀਤੀਆਂ ਨੇ, ਇੱਕ ਤੇ ਜਗਤ ਭਿਖਾਰੀ ਹੈ ਤੇ ਦੂਜਾ ਦਾਤਾ ਰੱਬ ਹੈ। ਦੋ ਗੱਲਾਂ। ਤੀਜੀ ਗੱਲ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਮਨ ਸਿਮਰ ਤੇ। ਉਸ ਪਤੇ ਦਾ ਅਰਥ ਹੈ ਉਸ ਪਰਮਾਤਮਾ ਨੂੰ, ਉਸ ਨਿਰੰਕਾਰ ਨੂੰ ਸਿਮਰ, ਉਹਦਾ ਭਜਨ ਕਰ, ਉਹਦੀ ਬੰਦਗੀ ਕਰ। ਜਦੋਂ ਤੂੰ ਬੰਦਗੀ ਕਰੇਗਾ, ਪੂਰਨ ਹੋਵੈ ਕਾਮ। ਜਿੰਨੇ ਵੀ ਤੇਰੇ ਕੰਮ ਨੇ, ਪੂਰਨ ਦਾ ਅਰਥ ਹੁੰਦਾ ਜੀ ਮੁਕੰਮਲ। ਸਭ ਕੰਮ ਜਿਹੜੇ ਆ ਉਹ ਸਾਰੇ ਮੁਕੰਮਲ ਹੋ ਜਾਣਗੇ, ਪੂਰੇ ਹੋ ਜਾਣਗੇ। ਪੂਰਨ ਹੋਵੈ ਕਾਮ, ਜਿੰਨੇ ਵੀ ਨੇ। ਹੁਣ ਇਹਦੀ ਆਪਾਂ ਵਿਚਾਰ ਕਰੀਏ।
ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਮਝਾਉਣਾ ਕੀ ਚਾਹੁੰਦੇ ਆ ਸਾਨੂੰ। ਹੁਣ ਦੁਨੀਆ ਦੇ ਅੰਦਰ ਆਦਿ ਕਾਲ ਤੋਂ ਇੱਕ ਬੜੀ ਕਮਾਲ ਦੀ ਗੱਲ ਤੁਰੀ ਆ ਰਹੀ ਹੈ, ਬੰਦਾ ਬੰਦੇ ਦੀ ਲੋੜ ਹੈ, ਬੰਦਾ ਬੰਦੇ ਦਾ ਸਹਾਰਾ ਹੈ, ਇਹ ਮਨ ਦੇ ਵਿੱਚ ਬੰਦੇ ਦੇ ਤੁਰਿਆ ਆ ਰਿਹਾ। ਹੁਣ ਇਸ ਸੰਸਾਰ ਦੇ ਅੰਦਰ ਬੰਦਾ ਬੰਦੇ ਤੋਂ ਮੰਗਦਾ ਨਜ਼ਰ ਆ ਰਿਹਾ, ਤੇ ਦੇਣ ਵਾਲਾ ਜਿਹੜਾ ਉਹ ਅੱਜ ਵੀ ਸਭ ਤੋਂ ਉੱਚਾ ਮੰਨਿਆ ਜਾਂਦਾ, ਜਿਹਨੂੰ ਆਪਾਂ ਕਹਿੰਦੇ ਆ ਇੱਕ ਦੇਸ਼ ਦਾ ਰਾਜਾ, ਦੇਸ਼ ਦਾ ਜਿਹੜਾ ਦੇਸ਼ ਚਲਾ ਰਿਹਾ, ਉਹਦੇ ਕੋਲੋਂ ਲੋਕਾਂ ਨੇ ਮੰਗਣਾ, ਭਾਵ ਉਹ ਵੀ ਬੰਦਾ ਤੇ ਮੰਗਣ ਵਾਲੇ ਵੀ ਬੰਦੇ ਨੇ। ਸਤਿਗੁਰੂ ਜੀ ਨੇ ਇੱਕ ਬਾ ਕਮਾਲ ਦੀ ਗੱਲ ਵਰਤਾ ਕੇ ਰੱਖ ਦਿੱਤੀ। ਹੁਣ ਤੱਕ ਸੰਸਾਰ ਕੋਲੋਂ ਮੰਗਦਾ ਸੀ। ਭਗਤ ਕਬੀਰ ਜੀ ਵਰਗਿਆਂ ਨੇ ਇੱਕ ਕ੍ਰਾਂਤੀਕਾਰੀ ਬੋਲ ਸਾਡੇ ਸਾਹਮਣੇ ਰੱਖਿਆ। ਭਗਤ ਕਬੀਰ ਜੀ ਕਹਿੰਦੇ, ਜਦੋਂ ਭਗਤ ਵੇਖਿਆ ਤੁਸੀਂ ਭਗਤ ਕਬੀਰ ਜੀ ਨੂੰ ਬੰਨ੍ਹ ਕੇ ਕਦੀ ਹਾਥੀਆਂ ਅੱਗੇ ਸੁੱਟ ਦਿੱਤਾ ਜਾਂਦਾ, ਕਦੀ ਗੰਗਾ ਦੀ ਵਿੱਚ ਸੰਗਲ ਨਾਲ ਬੰਨ੍ਹ ਕੇ ਉਹਦੇ ਬਹਾਵ ਦੇ ਵਿੱਚ ਬਹਾ ਦਿੱਤਾ ਜਾਂਦਾ। ਉਹ ਕਿਉਂ ਭਲਾ? ਕਿਉਂਕਿ ਭਗਤ ਕਬੀਰ ਜੀ ਇੱਕ ਕ੍ਰਾਂਤੀਕਾਰੀ ਬੋਲ ਕਹਿੰਦੇ ਆ। ਉਹ ਕਹਿੰਦੇ ਆ ਇਹ ਰਾਜੇ ਜਿਹੜੇ ਆ ਇਹ ਨਹੀਂ ਦਾਤੇ ਹੋ ਸਕਦੇ, ਇਹ ਦੇਣ ਵਾਲੇ ਨਹੀਂ ਹੋ ਸਕਦੇ, ਇਹ ਵੀ ਕਿਸੇ ਕੋਲੋਂ ਮੰਗ ਰਿਹਾ, ਇਹ ਬਾਦਸ਼ਾਹ ਨੇ, ਇਹ ਪਾਤਸ਼ਾਹ ਨਹੀਂ। ਅਸਲ ਵਿੱਚ ਮੈਂ ਜਿਹਨੂੰ ਕਹਿਣਾ, ਉਹ ਕਹਿੰਦੇ ਆ ਕਿ ਵੀ ਉਹ ਤਾਂ ਇਹਨਾਂ ਦੇ ਰਾਜਿਆਂ ਦਾ ਵੀ ਰਾਜਾ ਹੈ। ਹੁਣ ਜਦੋਂ ਇਹ ਬੋਲ ਜਦੋਂ ਭਗਤ ਕਬੀਰ ਜੀ ਦੇ ਉਹਨਾਂ ਦੇ ਕੰਨਾਂ 'ਚ ਪਏ, ਤੇ ਉਹਨਾਂ ਨੇ ਈਰਖਾ, ਨਫ਼ਰਤ, ਦਵੈਸ਼ ਵਿੱਚ ਆ ਕੇ ਭਗਤ ਕਬੀਰ ਜੀ ਦੇ ਨਾਲ ਇਸ ਤਰ੍ਹਾਂ ਕਰ ਦਿੱਤਾ। ਪਰ ਭਗਤ ਕਬੀਰ ਜੀ ਨੂੰ ਜਦੋਂ ਪੁੱਛਿਆ ਗਿਆ, ਹੁਣ ਦੱਸ ਤੂੰ ਕੀ ਕਹਿਣਾ ਹੈ? ਉਹ ਕਹਿੰਦਾ ਮੈਂ ਤਾਂ ਹੁਣ ਵੀ ਕਹਿਣਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਤਾਂ ਸਭ ਝੂਠੇ ਨੇ, ਪਰ ਦੁਨੀਆ ਦੇ ਉੱਤੇ ਇੱਕੋ ਹੀ ਰਾਜਾ ਹੈ ਜਿਹੜਾ ਸਭ ਨੂੰ ਦੇਣ ਵਾਲਾ ਹੈ, ਜਿਹਨੂੰ ਸਤਿਗੁਰੂ ਜੀ ਕਹਿੰਦੇ ਰਾਜਨ ਕੇ ਰਾਜਾ ਮਹਾ, ਰਾਜਨ ਕੇ ਮਹਾਰਾਜਾ, ਦੂਜਾ ਕੋਈ ਨਹੀਂ। ਜਿਹਨੂੰ ਸਤਿਗੁਰੂ ਜੀ ਕਹਿੰਦੇ ਤੁਝ ਬਿਨ ਦੂਜਾ ਕੋਈ ਨਾ ਹੈ, ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ। ਸਾਰਾ ਸੰਸਾਰ ਹੀ ਭਿਖਾਰੀ ਹੈ, ਸਾਰਾ ਸੰਸਾਰ ਕੇ ਰੱਬਾ ਤੇਰੇ ਕੋਲੋਂ ਮੰਗ ਰਿਹਾ। ਭਾਵੇਂ ਚਲੋ ਆਪਾਂ ਵੀ ਮੰਗਦੇ ਹਾਂ, ਗੁਰੂ ਕੋਲੋਂ ਮੰਗਦੇ ਹਾਂ, ਪਰ ਇੱਕ ਬੇਨਤੀ ਕਰਾਂ, ਮੰਗਣ ਵਾਲਾ ਭਿਖਾਰੀ ਹੈ, ਦੇਣ ਵਾਲਾ ਦਾਤਾ ਹੈ। ਗੁਰੂ ਨਾਨਕ ਮਹਾਰਾਜ ਜੀ ਨੇ ਇਸ ਗੱਲ ਤੇ ਮੋਹਰ ਲਾਈ ਹੈ। ਜਦੋਂ ਤੁਸੀਂ ਜਪਜੀ ਸਾਹਿਬ ਬਾਣੀ ਪੜ੍ਹਦੇ ਹੋ ਨਾ, ਉੱਥੇ ਸਤਿਗੁਰੂ ਜੀ ਕਹਿੰਦੇ ਆ, ਜੇਖੋਂ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਜੇ ਮੈਂ ਜਾਣਦਾ ਵੀ ਹੋਵਾਂ ਨਾ, ਆਖਾਂ ਨਾਹੀ, ਆਖ ਨਹੀਂ ਮੈਂ ਸਕਦਾ। ਜੇਹੋਂ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਕਹਿਣ ਕਥਨ ਦੇ ਵਿੱਚ ਵੀ ਨਹੀਂ ਆ ਪਰਮਾਤਮਾ। ਅਸੀਂ ਤਾਂ ਭਿਖਾਰੀ ਹਾਂ, ਉਹ ਤਾਂ ਕਹਿਣ ਕਥਨ ਦੇ ਵਿੱਚ ਨਹੀਂ ਹੈ। ਜੇਹੋਂ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ, ਇਹਦਾ ਪਾਠ ਗੁਰਾ ਨਹੀਂ ਕਰਨਾ, ਇਹਦਾ ਪਾਠ ਕਰਨਾ ਬਿੰਦੀ ਰਹਿਤ ਗੁਰਾ। ਸਤਿਗੁਰ ਨੇ, ਭਾਵ ਉਸ ਗੁਰੂ ਨੇ ਇੱਕ ਮੈਨੂੰ ਸਮਝ ਦੇ ਦਿੱਤੀ। ਕਿਹੜੀ? ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਤੇ ਇੱਕੋ ਦਾਤਾ ਹੈ, ਦੇਣ ਵਾਲਾ ਇੱਕੋ ਹੈ। ਛੋਟੀ ਜਿਹੀ ਇੱਕ ਬੜੀ ਕਮਾਲ ਦੀ ਗੱਲ ਹੈ, ਅਕਸਰ ਆਪਾਂ ਸੁਣਦੇ ਹੁੰਦੇ ਹਾਂ। ਕਹਿੰਦੇ ਪਿੰਡ ਵਾਲਿਆਂ ਨੇ ਨਾ ਇੱਕ ਸਾਧੂ ਬੰਦਗੀ ਕਰਨ ਵਾਲੇ ਨੂੰ, ਇੱਕ ਫਕੀਰ ਨੂੰ ਜਾ ਕੇ ਆਖਿਆ, ਤੇਰੀ ਤੇ ਮਿੱਤਰਤਾ ਬੜੀ ਹੈ ਰਾਜੇ ਦੇ ਨਾਲ, ਉਹ ਮਹਿਲਾਂ ਵਿੱਚ ਰਹਿੰਦਾ ਹੈ, ਤੈਨੂੰ ਮਿਲਦਾ ਵੀ ਹੈ, ਤੇਰੀ ਉੱਠਣੀ ਹੈ, ਤੇਰੀ ਬੈਠਣੀ ਹੈ, ਸਾਡੇ ਲਈ ਤੂੰ ਰਾਜੇ ਅੱਗੇ ਫਰਿਆਦ ਕਰ। ਸਾਡਾ ਬੜਾ ਮੰਦੜਾ ਹਾਲ ਹੈ, ਸਾਡੇ ਦਿਨ ਗਰੀਬੀ ਦੇ ਕੱਟੇ ਜਾਣਗੇ, ਤੂੰ ਸਾਡੇ ਲਈ ਨਾ ਜਾ ਕੇ ਰਾਜੇ ਦੇ ਅੱਗੇ ਫਰਿਆਦ ਕਰ, ਕਿਤੇ ਸਾਡੇ ਵੀ ਦਿਨ ਚੰਗੇ ਤੁਰ ਪੈਣ। ਹੁਣ ਉਹ ਫਕੀਰ ਸੀ, ਚਲੋ ਰਾਜੇ ਦੇ ਨਾਲ ਉਹਦਾ ਉੱਠਣਾ ਸੀ, ਬੈਠਣਾ ਸੀ, ਪਰ ਉਹਦੀ ਅੰਦਰ ਦੀ ਜਿਹੜੀ ਰੂਹ ਸੀ ਨਾ, ਕਹਿ ਲਓ ਵੀ ਅੰਦਰ ਆਤਮਾ, ਨਿੱਜ ਜਿਹੜਾ ਸੀ ਉਹਦਾ,
ਉਹਨੇ ਅੱਜ ਤੱਕ ਰੱਬ ਦੇ ਅੱਗੇ ਫਰਿਆਦ ਕੀਤੀ ਸੀ, ਕਿਸੇ ਬੰਦੇ ਅੱਗੇ ਉਹਨੇ ਫਰਿਆਦ ਨਹੀਂ ਸੀ ਕੀਤੀ। ਉਹ ਮੰਗਤਾ ਰੱਬ ਦੇ ਘਰ ਦਾ ਸੀ, ਰਾਜਿਆਂ ਦੇ ਦਰਬਾਰ ਦਾ ਮੰਗਦਾ ਨਹੀਂ ਸੀ। ਚਲੋ ਉਹਨੇ ਬੜਾ ਟਾਲਣ ਦੀ ਕੋਸ਼ਿਸ਼ ਕੀਤੀ ਉਸ ਫਕੀਰ ਨੇ ਕਿ ਮੈਂ ਇਹਨਾਂ ਨੂੰ ਟਾਲ ਦਿਆਂ ਕਿਸੇ ਤਰੀਕੇ ਦੇ ਨਾਲ। ਜਦੋਂ ਨਹੀਂ ਮੰਨੇ, ਖਹਿੜੇ ਪੈ ਗਏ, ਨਹੀਂ ਤੂੰ ਸਾਡੇ ਲਈ ਫਰਿਆਦ ਕਰ, ਰਾਜਾ ਤੇਰੀ ਮੰਨਦਾ। ਉਹਨੇ ਆਖਿਆ ਚਲੋ ਰੂਹ ਤਾਂ ਨਹੀਂ ਮੇਰੀ ਮੰਨਦੀ, ਜੇ ਤੁਸੀਂ ਇੰਨਾ ਜ਼ੋਰ ਪਾਉਂਦੇ ਹੋ ਤੇ ਆਪਾਂ ਕੋਈ ਗੱਲ ਨਹੀਂ, ਰਾਜੇ ਅੱਗੇ ਜਾ ਕੇ ਬੇਨਤੀ ਕਰ ਲੈਂਦੇ ਆ। ਰਾਜੇ ਦੇ ਮਹਿਲਾਂ 'ਚ ਗਿਆ। ਜਦੋਂ ਰਾਜੇ ਦੇ ਮਹਿਲਾਂ ਵਿੱਚ ਗਿਆ, ਕੀ ਵੇਖਦਾ ਰਾਜਾ ਜਿਹੜਾ ਹੈ ਨਾ ਬੇਨਤੀ ਕਰ ਰਿਹਾ। ਰਾਜਾ ਮੰਗ ਰਿਹਾ, ਕੀ ਮੰਗ ਰਿਹਾ? ਮੇਰਾ ਰਾਜ ਵੱਡਾ ਹੋਵੇ, ਮੇਰੇ ਰਾਜ ਵਿੱਚ ਖਜ਼ਾਨੇ ਖੋਣ ਉਹ ਮੁੱਕਣ ਹੀ ਨਾ, ਮੇਰੀਆਂ ਫੌਜਾਂ ਵੱਧ ਤੋਂ ਵੱਧ ਚੜ੍ਹਾਈ ਕਰਨ ਦੇਸ਼ਾਂ ਦੇ ਉੱਤੇ, ਮੈਂ ਹੋਰ ਦੇਸ਼ ਜਿੱਤਾਂ। ਚਲੋ ਫਕੀਰ ਤਾਂ ਵਿਚਾਰਾ ਪਹਿਲਾਂ ਹੀ ਨਹੀਂ ਸੀ ਆ ਕੇ ਰਾਜੀ, ਹੈ ਨਾ ਜੀ, ਉਹਦਾ ਤੇ ਰੂਹ ਪਹਿਲਾਂ ਹੀ ਨਹੀਂ ਸੀ ਹਿਰਦਾ, ਕਹਿੰਦਾ ਕਿ ਮੈਂ ਉਹਦੇ ਕੋਲ ਜਾ ਕੇ ਮੰਗਾ। ਹੁਣ ਉਹ ਦੌੜ ਕੇ ਭੱਜ ਕੇ ਫਿਰ ਵਾਪਸ ਚਲਾ ਗਿਆ ਤੇ ਉਹ ਪੁੱਛਦੇ ਆ ਕਿ ਵੀ ਤੂੰ ਮੰਗਿਆ? ਕਹਿਣ ਲੱਗੇ ਮੈਂ ਜਿਹਦੇ ਕੋਲ ਮੰਗਣ ਗਿਆ ਸਾਂ ਉਹਦੇ ਪਹਿਲਾਂ ਹੀ ਭਿਖਾਰੀ ਬਣ ਕੇ ਬੈਠਾ, ਉਹ ਤਾਂ ਪਹਿਲਾਂ ਹੀ ਮੰਗ ਰਿਹਾ। ਹੁਣ ਭਿਖਾਰੀ ਕੋਲੋਂ ਕੀ ਮੰਗੇ? ਭਿਖਾਰੀ ਦੇ ਕੋਲੋਂ ਕੀ ਮੰਗੇ? ਉਹ ਤੇ ਖੁਦ ਰਾਜ ਭਾਗ ਰੱਬ ਦੇ ਕੋਲੋਂ ਮੰਗ ਰਿਹਾ, ਖੁਦ ਉਹ ਧਨ ਦੌਲਤਾਂ ਆਪਣੇ ਖਜ਼ਾਨੇ ਭਰਨ ਦੀਆਂ ਗੱਲਾਂ ਰੱਬ ਨਾਲ ਕਰਦਾ। ਇਸ ਕਰਕੇ ਮੈਂ ਉਹਦੇ ਕੋਲੋਂ ਨਹੀਂ ਮੰਗਿਆ। ਜੇ ਉਹ ਰੱਬ ਕੋਲੋਂ ਮੰਗ ਰਿਹਾ, ਮੈਂ ਉਹਦੇ ਕੋਲੋਂ ਮੰਗਾ। ਮੈਂ ਰੱਬ ਦੇ ਘਰੋਂ ਕਿਉਂ ਆਪਣੇ ਆਪ ਨੂੰ ਝੁਕਾਵਾਂ? ਮੈਂ ਸਿੱਧਾ ਤੁਹਾਡੇ ਲਈ ਰੱਬ ਕੋਲੋਂ ਹੀ ਮੰਗ ਦੇਣਾ। ਆਪਾਂ ਰੱਬ ਕੋਲੋਂ ਮੰਗਦੇ ਹਾਂ ਕਿਉਂਕਿ ਆਪਾਂ ਤੇ ਰੱਬ ਦੇ ਭਿਖਾਰੀ ਬਣ ਕੇ ਮੰਗਣਾ ਉਹਦੇ ਕੋਲੋਂ। ਇਸੇ ਨੂੰ ਬਾਣੀ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਆ, ਇਹ ਸੰਸਾਰ ਹੈ ਹੀ ਭਿਖਾਰੀ, ਕੋਈ ਇੱਥੇ ਦਾਤਾ ਨਹੀਂ। ਜੇ ਕੋਈ ਬੰਦਾ ਦੇ ਰਿਹਾ ਨਾ ਬੰਦੇ ਨੂੰ, ਉਹ ਵੀ ਕਿਤੇ ਨਾ ਕਿਤੇ ਕਿਸੇ ਕੋਲੋਂ ਮੰਗ ਕੇ ਹੀ ਦੇ ਰਿਹਾ। ਇਹ ਨਹੀਂ ਕਿ ਉਹ ਆਪਣੇ ਕੋਲੋਂ ਦੇ ਰਿਹਾ, ਕਿਸੇ ਨਾ ਕਿਸੇ ਕੋਲੋਂ ਦੇ ਰਿਹਾ। ਕਿਸੇ ਲੋੜਵੰਦ ਦੀ ਮਦਦ ਕਰ ਰਿਹਾ, ਕਿਸੇ ਲੋੜਵੰਦ ਨੂੰ ਕੋਈ ਚੀਜ਼ ਦੇ ਰਿਹਾ, ਕੱਪੜੇ ਦੇ ਰਿਹਾ, ਖਾਣ ਦੀ ਲੈ ਰਿਹਾ, ਪਹਿਨਣ ਲਈ ਦੇ ਰਿਹਾ, ਸੌਣ ਲਈ ਕੁਝ ਦੇ ਰਿਹਾ, ਤੇ ਉਹ ਕਿਤੋਂ ਨਾ ਕਿਤੋਂ ਮੰਗ ਕੇ ਹੀ ਦੇ ਰਿਹਾ ਨਾ, ਉਹ ਵੀ ਮੰਗਤਾ ਜਾਚਕ ਹੀ ਹੈ। ਸਤਿਗੁਰੂ ਜੀ ਦਾ, ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਬਚਨ ਹੈ, ਹਮ ਭੀਖਕ ਭਿਖਾਰੀ ਤੇਰੇ। ਇਹ ਵਾਹਿਗੁਰੂ ਅਸੀਂ ਤਾਂ ਤੇਰੇ ਦਰ ਦੇ ਭਿਖਾਰੀ ਹਾਂ, ਅਸੀਂ ਭਿਖਾਰੀਆਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਤੂੰ ਸਭ ਤੋਂ ਵੱਡਾ ਦਾਤਾ ਤੂੰ ਹੈ। ਹੁਣ ਥੋੜਾ ਫਿਰ ਧਿਆਨ ਦੇ ਨਾਲ ਸੁਣਿਓ, ਦਾਤਾ ਵੀ ਕਿੰਨਾ ਕਮਾਲ ਦਾ। ਤੁਸੀਂ ਜਦੋਂ ਅੰਮ੍ਰਿਤ ਵੇਲੇ 5 ਬਾਣੀਆਂ ਆਪਾਂ ਪੜ੍ਹਦੇ ਹਾਂ ਤੇ ਉਹਨਾਂ ਦੇ ਵਿੱਚ ਸਵਈਏ ਜਦੋਂ ਪੜ੍ਹਦੇ ਹਾਂ, 10 ਸਵਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਚਲੋ ਸਾਨੂੰ ਸਤਿਗੁਰੂ ਜੀ ਸਮੱਤ ਬਖਸ਼ਣ, ਸਾਨੂੰ ਬਾਣੀ ਪੜ੍ਹਨੀ ਆ ਜਾਏ, ਕਿਉਂਕਿ ਕਿੰਤੂ ਪਰੰਤੂ ਬੜਾ। ਇਹ ਕਹਾਣੀ ਪਤਾ ਨਹੀਂ ਸਾਡੇ ਮਨਾਂ ਦੇ ਵਿੱਚ ਵਹਿਮ ਪਾ ਕੇ ਆਪਾਂ ਪਾਲ ਕੇ ਬਹਿ ਗਏ। ਸੋ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਸ ਢੰਗ ਦੇ ਨਾਲ ਲੈਂਦੇ ਆ, ਇਉਂ ਪ੍ਰਤੀਤ ਹੁੰਦਾ ਜਿਵੇਂ ਖੋਲ ਰਹੇ ਹੋਣ ਇਸ ਸ਼ਬਦ ਨੂੰ ਕਿ ਵੀ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਜਦੋਂ ਤੁਸੀਂ ਪੜ੍ਹਦੇ ਉਹਦੇ ਵਿੱਚ ਬਚਨ ਆਉਂਦਾ ਹੈ, ਵੀਰ ਅਪਾਰ ਬੜੇ ਬਰਿਆਰ ਅਵਿਚਾਰੈ ਸਾਰ ਕੀ ਧਾਰ ਪਛਈਆ। ਵੱਡੇ ਵੱਡੇ ਵੀਰ ਯੋਧੇ, ਉੱਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਯੋਧਿਆਂ ਦੀ ਗੱਲ ਕਰਦੇ ਆ। ਵੀਰ ਅਪਾਰ ਬੜੇ ਬਰਿਆਰ ਵਿਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤਨ ਹੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ। ਇਸ ਪੰਕਤੀ ਵੱਲ ਧਿਆਨ ਦਿਓ, ਜਾਚਕ ਅਨੇਕ, ਵੱਡੇ ਵੱਡੇ ਭੂਪਤ ਨੇ, ਰਾਜੇ ਨੇ, ਇਸ ਫੌਜਾਂ ਨੂੰ ਦਲ ਮਲ ਦੇਣ ਵਾਲੇ ਨੇ। ਧਰਤੀ ਦੇ ਉੱਤੇ ਉਹ ਕੰਬਣ ਲਾ ਦਿੰਦੇ ਆ ਲੋਕਾਂ ਨੂੰ, ਇਹੋ ਜਿਹੇ ਰਾਜੇ ਆ। ਜਾਚਕ ਅਨੇਕ, ਅਨੇਕਾਂ ਹੀ ਜਾਚਨਾ ਕਰਨ ਵਾਲੇ ਨੇ। ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਨੇਕਾਂ ਹੀ ਭਿਖਾਰੀ ਜਾਚਨਾ ਕਰ ਰਹੇ ਨੇ। ਜਾਚਕ ਅਨੇਕ ਸੋ ਏਕ ਦਵਈਆ, ਦੇਣ ਵਾਲਾ ਸਾਰਿਆਂ ਨੂੰ ਇੱਕੋ ਹੀ ਰੱਬ ਹੈ, ਦੂਜਾ ਕੋਈ ਨਹੀਂ, ਸਭ ਕੋ ਦਾਤਾ ਰਾਮ। ਫਿਰ ਇੱਕ ਬਚਨ ਮੈਂ ਆਪ ਜੀ ਦੇ ਨਾਲ, ਜਦੋਂ ਤੁਸੀਂ, ਚਲੋ ਆਪਾਂ ਉਹ ਸਵਈਏ ਨਹੀਂ ਪੜ੍ਹਦੇ, ਪਰ ਉਹਨਾਂ ਸਵਈਆਂ ਦੇ ਅੰਦਰ ਵੀ ਉਹ ਵੀ 10 ਸਵਈਏ ਨੇ। ਜੇ ਸਮਾਂ ਹੁੰਦਾ ਸਾਡੇ ਕੋਲ ਪੜ੍ਹ ਲੈਣੇ ਚਾਹੀਦੇ ਆ। ਉਹ ਪਹਿਲਾ ਸਵਈਆ,
ਉਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੀ ਕਮਾਲ ਦੀ ਗੱਲ ਕਰਦੇ ਆ। ਉਹਦੇ ਵਿੱਚ ਸਤਿਗੁਰੂ ਜੀ ਸ੍ਰਿਸ਼ਟੀ ਦੇ ਜੀਵਾਂ ਨੂੰ ਵੀ ਵਿੱਚ ਹੀ ਲੈ ਲੈਂਦੇ ਆ। ਇੱਥੇ ਤਾਂ ਰਾਜਿਆਂ ਦੀ ਗੱਲ ਕਰਦੇ ਆ, ਭੂਪਤਾਂ ਦੀ ਗੱਲ ਕਰਦੇ ਆ ਕਿ ਵੀ ਅਨੇਕਾਂ ਹੀ ਭੂਪਤ ਤੇਰੇ ਜਾਚਕ ਅਨੇਕ ਨੇ, ਪਰ ਦੇਣ ਵਾਲਾ ਤੂੰ ਇੱਕੋ ਹੀ ਆ, ਦਾਤਾ ਤੂੰ ਹੀ ਹੈ, ਸਾਰੇ ਤੇਰੇ ਦਰ ਤੇ ਮੰਗਤੇ ਆ। ਉੱਥੇ ਸਤਿਗੁਰੂ ਜੀ ਹੋਰ ਬਾ ਕਮਾਲ ਦੀ ਗੱਲ ਕਰ ਦਿੰਦੇ ਆ। ਧਿਆਨ ਨਾਲ ਸੁਣਿਓ, ਉੱਥੇ ਸਤਿਗੁਰੂ ਜੀ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ। ਦੀਨਨ ਦਾ ਅਰਥ ਹੁੰਦਾ ਹੈ ਗਰੀਬਾਂ ਦੀ, ਭਾਵ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ, ਜਿਹੜੇ ਤੇਰੇ ਕੋਲੋਂ ਮੰਗ ਕੇ ਇੱਕ ਵਕਤ ਦੀ ਰੋਟੀ ਖਾਂਦੇ ਆ, ਰੱਬਾ ਤੂੰ ਉਹਨੂੰ ਇੱਕ ਵਕਤ ਦੀ ਦੇ ਰਿਹਾ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ। ਪਛ ਪਸ਼ੂ ਨਗ ਨਾਗ ਨਰਾਦਿਪ ਸਰਬ ਸਮੈ ਸਭ ਕੋ ਪ੍ਰਤਪਾਰ ਹੈ। ਸਤਿਗੁਰੂ ਜੀ ਕਹਿੰਦੇ ਵੇਖੋ ਕਿੰਨੀ ਕਮਾਲ ਦੀ ਗੱਲ ਹੈ। ਭਾਵੇਂ ਕੋਈ ਜੀਵ ਧਰਤੀ ਤੇ ਰਹਿ ਰਿਹਾ, ਭਾਵੇਂ ਜਲ ਵਿੱਚ ਹੈ, ਥਲ ਵਿੱਚ ਹੈ, ਸਭ ਕੋ ਪ੍ਰਤਪਾਰ ਹੈ। ਪੋਕਤ ਹੈ ਜਲ ਮੈਂ ਥਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਭਾਵੇਂ ਜਿੰਨਾ ਮਰਜੀ ਕੋਈ, ਇੱਥੇ ਬੰਦਿਆਂ ਦੀ ਵੀ ਗੱਲ, ਮਨੁੱਖਾਂ ਦੀ ਵੀ ਵਿੱਚ ਹੀ ਕਰਤੀ, ਜਗਤ ਦੇ ਵਿੱਚ ਰਹਿਣ ਵਾਲੇ ਸਭ ਜੀਵਾਂ ਦੀ। ਸਤਿਗੁਰ ਤੂੰ ਐਡਾ ਵੱਡਾ ਦਾਤਾ ਹੈ, ਤੂੰ ਇੰਨੀ ਕਿਰਪਾ ਕਰਦਾ, ਇੰਨੀ ਬਖਸ਼ਿਸ਼ ਕਰਦਾ, ਕਿਸੇ ਦੇ ਮਾੜੇ ਕਰਮ ਨੂੰ ਵੀ ਨਹੀਂ ਵਿਚਾਰਦਾ। ਤੂੰ ਇਹ ਨਹੀਂ ਵੇਂਦਾ ਇਹ ਮਾੜਾ ਹੈ, ਇਹ ਕਿਹੋ ਜਿਹਾ ਹੈ, ਇਹਨੇ ਕੀ ਕੀਤਾ, ਇਹ ਪਾਪੀ ਹੈ, ਇਹ ਕਿਹੋ ਜਿਹਾ ਹੈ। ਸਤਿਗੁਰੂ ਜੀ ਕਹਿੰਦੇ ਆ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ। ਪਛ ਪਸ਼ੂ ਨਗ ਨਾਗ ਨਰਾਦਿਪ ਸਰਬ ਸਮੈ ਸਭ ਕੋ ਪ੍ਰਤਪਾਰ ਹੈ। ਪੋਖਤ ਹੈ ਜਲ ਮੈਂ ਥਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਸਤਿਗੁਰੂ ਜੀ ਕਹਿੰਦੇ ਤੂੰ ਕਿਸੇ ਦੀ ਨਹੀਂ ਵਿਚਾਰਦਾ, ਤੂੰ ਸਭ ਨੂੰ ਦਈ ਹੋਈ ਜਾ ਰਿਹਾ। ਕਿੰਨੀ ਕਮਾਲ ਦੀ ਦੂਜੀ ਗੱਲ ਇਹ, ਗੁਰੂ ਨਾਨਕ ਮਹਾਰਾਜ ਜੀ ਤਾਂ ਬਾ ਕਮਾਲ ਦੀ ਗੱਲ ਕਰ ਦਿੰਦੇ ਆ। ਫਿਰ ਬੇਨਤੀ ਕਰਾਂ, ਫਿਰ ਜਪਜੀ ਸਾਹਿਬ ਨੂੰ ਪਕੜਿਓ, ਬੜੀ ਲੋੜ ਹੈ। ਬਾਣੀ ਦੀ ਪਕੜ ਹੋਏਗੀ ਤੇ ਰਸਨਾ ਤੇ ਬੈਠੇਗੀ। ਜੇ ਰਸਨਾ ਤੇ ਬੈਠੇਗੀ ਸਾਡੇ ਹਿਰਦੇ ਅੰਦਰ ਵੀ ਬੈਠੇਗੀ। ਜੇ ਹਿਰਦੇ 'ਚ ਬਹਿ ਗਿਆ ਇਹਦਾ ਮਤਲਬ ਹੈ ਗੁਰੂ ਨਾਨਕ ਪਾਤਸ਼ਾਹ ਸਾਡੇ ਹਿਰਦੇ 'ਚ ਹੀ ਬਹਿ ਗਿਆ। ਅਜੇ ਰਸਨਾ ਤੇ ਨਹੀਂ ਬੈਠੀ, ਨਾ ਹਿਰਦੇ 'ਚ ਬੈਠੀ ਹੈ। ਬੇਨਤੀ ਕੀਤੀ ਸੀ, ਸਤਿਗੁਰੂ ਜੀ ਕਹਿੰਦੇ ਵੇਖੋ ਕਿੰਨੀ ਕਮਾਲ ਦੀ ਗੱਲ ਹੈ, ਉਹ ਦੇਈ ਜਾ ਰਿਹਾ। ਕਿਉਂਕਿ ਅਸਲ ਵਿੱਚ ਨਾ ਦੁਨੀਆ ਦੇ ਉੱਤੇ ਬੰਦੇ ਦਾ ਭੰਡਾਰਾ ਸੀਮਤ ਜਿਹਾ ਹੈ। 10 ਦਿਨ ਆ ਲੋਕਡਾਊਨ ਲੱਗੇ, ਕਈਆਂ ਨੇ 20 ਦਿਨ ਦਾ ਸੌਦਾ ਆਪਣੇ ਘਰ ਰੱਖ ਲਿਆ, ਕਈਆਂ ਨੇ ਚਲੋ 6 ਮਹੀਨੇ ਦਾ ਰੱਖ ਲਿਆ। 6 ਮਹੀਨੇ ਬਾਅਦ ਫਿਰ ਦੁਬਾਰਾ ਰੱਖਣਾ ਪਏਗਾ, ਕਿਉਂਕਿ ਭੰਡਾਰਾ ਸੀਮਤ ਜਿਹਾ ਹੈ। ਜਿੰਨੇ 10 ਦਿਨ ਦਾ ਰੱਖਿਆ ਜਾਂ ਮੰਨ ਲਓ ਜਿਹਨੇ ਸਾਲ ਦਾ ਰੱਖਿਆ, ਫਿਰ ਦੁਬਾਰਾ ਸਾਲ ਬਾਅਦ ਮਿਹਨਤ ਕਰਕੇ ਭਰਨਾ ਪਏਗਾ ਉਹਨੂੰ। ਭੰਡਾਰਾ ਸੀਮਤ ਜਿਹਾ। ਰੱਬ ਦਾ ਭੰਡਾਰਾ ਬੜਾ ਕਮਾਲ ਦਾ ਹੈ। ਜਦੋਂ ਤੁਸੀਂ ਲਾਸਟ ਵਿੱਚ ਜਾਂਦੇ ਹੋ ਨਾ, ਇੱਕ ਪੌੜੀ ਆਉਂਦੀ ਹੈ, ਆਸਣ ਲੋਏ ਲੋਏ ਭੰਡਾਰ, ਰੱਬ ਦੇ ਭੰਡਾਰੇ। ਪਕੜ ਬਣਾਇਓ ਜਪਜੀ ਸਾਹਿਬ ਦੇ, ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ। ਰੱਬ ਦੇ ਭੰਡਾਰੇ ਵੇਖੋ ਬੰਦਿਆ, ਰੱਬ ਨੇ ਕੋਈ ਸਾਲ ਦਾ ਨਹੀਂ ਰੱਖਿਆ, ਰੱਬ ਨੇ ਕੋਈ 10 ਸਾਲ ਦਾ ਨਹੀਂ ਰੱਖਿਆ। ਸਤਿਗੁਰੂ ਜੀ ਕਹਿੰਦੇ ਆ ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਉਹਨੂੰ ਪਾਉਣ ਦੀ ਲੋੜ ਨਹੀਂ, ਕਿਉਂਕਿ ਉਹਨੇ ਜੋ ਕੁਝ ਪਾਇਆ ਇੱਕੋ ਵਾਰੀ ਪਾਇਆ। ਫਿਰ ਦੂਜੀ ਗੱਲ ਇੱਕ ਹੋਰ ਸਮਝਿਓ, ਇਹਨਾਂ ਭੰਡਾਰਿਆਂ ਦੇ ਅੰਦਰੋਂ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਇਹਨਾਂ ਭੰਡਾਰਿਆਂ ਦੇ ਅੰਦਰੋਂ ਰੱਬ ਦਈ ਵੀ ਜਾ ਰਿਹਾ ਤੇ ਜੀਵ ਲਈ ਵੀ ਜਾ ਰਿਹਾ। ਅਸੀਂ ਸਾਰੇ ਵਿੱਚ ਹੀ ਆਉਂਦੇ ਹਾਂ, ਆਪਾਂ ਲਈ ਵੀ ਜਾ ਰਹੇ ਹਾਂ, ਰੱਬ ਸਾਨੂੰ ਦਈ ਵੀ ਜਾ ਰਿਹਾ। ਫਿਰ ਜਪਜੀ ਸਾਹਿਬ ਬਾਣੀ ਵਿੱਚੋਂ ਪਹਿਲੀਆਂ ਤੁਕਾਂ ਵੱਲ ਆ ਜਾਓ। ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਉੱਥੇ ਸਤਿਗੁਰੂ ਜੀ ਕਹਿੰਦੇ ਦਾਤਿਆ ਇੰਨੇ ਵੱਡੇ ਤਾਂ ਭੰਡਾਰੇ ਨੇ, ਜੋ ਕੁਝ ਪਾਤਾ ਉਹ ਖਤਮ ਹੋਣ ਵਾਲਾ ਨਹੀਂ। ਦੂਜੀ ਗੱਲ ਨਾਲ ਇਹ ਵੀ ਹੈ ਦਾਤਿਆ ਤੂੰ ਐਡਾ ਵੱਡਾ ਦਿੰਦਾ ਦੇ, ਤੂੰ ਦਿੰਦਾ ਰਹਿਣਾ, ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਜੀਵ ਤਾਂ ਖਾ ਰਹੇ ਨੇ, ਪਰ ਕਿੰਨੀ ਕਮਾਲ ਦੀ ਗੱਲ ਹੈ, ਟੋਟਾ ਨਹੀਂ ਹੈ ਤੇਰੇ ਭੰਡਾਰਿਆਂ ਦੇ ਅੰਦਰ, ਕਮੀ ਨਹੀਂ ਹੈ ਤੇਰੇ ਘਰ ਦੇ ਅੰਦਰ, ਪਰ ਤੇਰਾ ਘਰ ਭਰੇ ਦਾ ਭਰਿਆ ਹੀ। ਸਗੋਂ ਸਤਿਗੁਰੂ ਜੀ ਕਹਿੰਦੇ ਆ ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ। ਹੁਣ ਆਪਾਂ ਇੱਥੇ ਇਹ ਵਿਚਾਰ ਹੈ ਕਿ ਵੀ ਏਡਾ ਵੱਡਾ ਦਾਤਾ ਹੈ,
है भी किन्नी कमाल दी गल, है भी इक्को, ओहदे वर्गा दूजा भी कोई नहीं, है भी इक्को। इस गल ते भी मोहर लाई है सतगुरु जी ने, इस गल नूं भी सामने रखिया कि भी है भी इक्को ही है, दूजा कोई नहीं है। ਉਹਦੇ बारे जो सतगुरु जी की बाणी में आप पढ़ते हैं, उत्थे सतगुरु जी कहते आ दद्दा दाता एक है। हे भाई किते एवें वहम विच ना पै जी कि रब ने अपने वर्गा कोई दूजा बनाया, किते ਉਹਦੇ भंडारिਆਂ विचों सब नूं दई जा रहा है, उत्थों लुटाई जा रहा सारिਆਂ नूं नहीं। सतगुरु जी कहते दद्दा दाता एक है, सबको देवनहार, देंदा टोट ना आवई, अगनत भरे भंडार, ਉਹਦੇ भंडार भरे हुए ने। फिर एक बेनती मेरी ध्यान नाल सुनियो, बंदे दे कोल कोई दात आई है ना, बंदे दे कोलों दात जिहड़ी आ खोई जा सकती है। ਇਹਦੇ हत्थ दे विच कोई कीमती चीज़ है वो खोई जा सकती है, क्योंकि बंदा बंदे तो खो सकता है। पर इस गल वाल ध्यान दिओ, जे बंदा आखे कि भी रब मैनू दिंदा नहीं है, मैं रब कोलों खो ला, ये बड़ी हैरानगी की गल है। अज ना मनां विच साडे यही भरम है, जे दिंदा नहीं तो मैं खो के लै ला इहदे कोलों। किवें खो लेंगा तू? जिहड़ी दात उन्हें अपनी मुठ दे विच कैद कीती हुई है, उन्हों किवें उहदी मुठ खोल के तू प्राप्त कर लेंगा? जदों तक वो नहीं खोलेगा उदों तक तेनू देगा थोड़ी हो। ये गल नाल गुरु अमरदास महाराज भी कह रहे हैं कि भी घर तां तेरा सब कुछ है, घर दे विच सारा कुछ है, जिस दे सो पावे, खो के नहीं तू लै सकदा। जे आके मैं ये कोलों खो लांगा, नहीं खो नहीं सकता। हो सकता जे खोण का जतन करेगा अपना आप गवा लें, मूर्खता होएगी उस बंदे की जिहड़ा ये गल करेगा। सतगुरु जी कहते आ दातै दात रखी हथ अपने, उन्हें तो अपने हथ विच रखी हुई है। दूजी गल, जिस भावै तिस दे, जिदे उत्ते नज़र करदा है ना, जिदे उत्ते वो कर्म करदा है, वो दात ओनू दिंदा है, जने खणे नूं वो दात नहीं दिंदा। ते होर कमाल दी गल है, उहदे घर दियां दातां भी बा कमाल दियां ही दातां ने। उहदियां दातां इन्नियां कमाल दियां ने, बस एक नदर दी लोड़ है। जिनको नदर कर्म तिन कार, नानक नदरी नदर निहाल। दात दे के निहाल कर दिंदा है। ते सतगुरु जी कहते आ भाई जगत भिखारी फिरत है, सबको दाता राम। सारियां दा इक्को दाता है राम परमात्मा रमया होया। अगली पंक्ति, कहो नानक मन सिमरते। पहली शर्त रखी है, जे दात लैनी है ना, जिवें गुरु अमरदास महाराज जी कहते आ घर तां तेरा सब कुछ है, जिस देह सो पावे सदा सिवत, सलाह तेरी ना मन पसावे। जे तू लैनी है, अगला कर्म भी तो तेनों निभाना पएगा ना, अगला फर्ज भी तो निभाना पएगा। ये नहीं कि भी रब तो लैके साडी आदत है मुक्कर जाना, साडी आदत है मुक्कर जाना। असी तो बंदे कोलों अज एक चीज़ लई 2 दिन बाद कहने की लिया मैं तेरे कोलों, कख नहीं लिया मैं तेरे कोलों। मैं एक दिन तुहाडे नाल साखी सांझी कीती सी, आनंदपुर साहिब की धरती दी। भाई लोहरा उन्हें लै ली दात, पैसे लै ले, तो बाद चों वो मुक्कर गया। कहते सिख सिख नूं दे दे, ते की गल हो गई है? ऐसी भी कोई गल नहीं। गुरु गोबिंद सिंह महाराज नाल दे चबारे ते बैठे सुनते सन। सतगुरु जी ने पर ललकार के आख्या, भाई लोहरिया किसी का हक मारी दा नहीं हुंदा। नाल ये भी कह दिता, हक पराया नानका उस सुअर उस गाय भी है नाल। ये भी पर इत्थे बंदा रोज़ लै लैके मुकरदा है। तो फिर माफ़ करना, जिहड़ियां चीज़ां आपां गुरु कोलों लईआं, कि साडे मन विच नहीं आया कि भी शुकराना करन दी बजाए उहदा धन्नवाद करन। अज भी वेखो, मैं गल इत्थों शुरू कीती सी, बंदा बंदे तो लवे ना, क्योंकि यह सिस्टम बन चुका है, बंदा बंदे तो लवे तो बंदा कहंदा थैंक्स, धन्नवाद तेरा, तू मैनू दिता, करता धन्नवाद। इत्थे रोज बंदा गुरु कोलों लै लैके जा रहा है, पर लैके सतगुरु जी कहंदे वो किड्डा मूर्ख है, किड्डा किरत घाण है, केते लै लै
मुक्कर पाहे, ये मुक्कर बड़ी छेती जाता है। सतगुरु जी कहते ये कल्ला ही नहीं, संसार दे उत्ते बहुते लोकां दी ये हालत है जेड़े मंगते रोज रब कोलों ने शुकराना नहीं करते ते लैके मुक्कर जाते आ, कहते तू मैनू दिता ही की है। ये बचन उन्हां लई है, केते लै लै मुक्कर पाहे, केते मूर्खा की खाहे, केतियां दूक भूग सद मार। ये मारां भी झलदे आ, दुखां दियां सुखां दियां मारां झलदे आ, ते सतगुरु जी कहंदे ए पी दात तेरी दातार। ये दाता जी ये तेरिया ही दाता ने, ये सारा कुछ तेरे हुक्म दे अंदर ही, रजा दे अंदर ही दाते दे चलदा है। भावें कोई मुकरे भावें कोई लवे, पर सतगुरु जी कहंदे सब कुछ नाल नाल चली ही जांदा है। सो बेनती करा, गुरु अमरदास महाराज जी कहंदे आ, जे रब ने तेनू दात दिती है ना, बस एक काम कर, सदा सिफत सलाह तेरी नाम मन वसावे। नाम मन विच वसाउण दा मतलब सी घट्टो घट उस रब दा शुकराना ते कर लै, वो बेशुक्रिया जे लै लिया दात ओदा धन्नवाद ते कर दिया कर रोज। तेरे ते मूँह विच बुरकी चली जाती है, तू तां नहीं वाहिगुरू कहिंदा, तेरे तन ते वस्त्र पै जांदा है, तू तां रब दा धन्नवाद नहीं करदा। इत्थे गुरु नानक महाराज नूं पुछ, वो तां श्री राग दी आरंभता करन तो पहलां ही कह दिंदे आ, रब्बा जे मोतियां दे मंदिर मैनू देने आ, जे सारा कुछ मैनू देना है ना, एक गल चेते रखी, मैनू तू ना भुल्ली। मोती ता मंदर उसरै रतनी ता होए जड़ाओ, कस्तूर कुंगू अगर चंदन ली पियावै चाओ, सारियां दातां होण मत देख भूलां विसरै। मता मैं तेरा शुकराना करना भुल जा, तेरी दात दिती होई दा मैं धन्नवाद करां, हर वेले मैं तेरा शुकराना करां। सतगुरु जी कहंदे आ, मत देख भूलां विसरै तेरा चित ना आवे नाओ। सतगुरु गुरु अर्जन देव महाराज तो होर बा कमाल की गल करते ने। सतगुरु जी कहंदे आ, जे प्रसाद छत्ती अमृत खाहे, तिस ठाकुर को रख मन माहे। वो सारी अष्टपदी सतगुरु जी सो क्यों बिसरै, अगे जाके लास्ट में कहंदे आ, सो क्यों बिसरै जिन सब कुछ दिया, सो क्यों बिसरै जे जीवन जिया। वो बंदिया रब दा शुकराना कर, उन्हें तेनू सारा कुछ दिता है, ओदियां दातां लैके क्यों किरत घण बनदा है, तेरे नालों वड्डा दाता है। इस करके सतगुरु जी कहंदे आ, सदा सिफत सलाह तेरी नाम मन वसावे। सिर्फ तू उन्हूं याद करना है। ये भी बेनती एक होर मेरी ध्यान नाल सुनियो, दाता भावें बड़ा वड्डा है, बंदे दे अंदर कुछ दे के ना लालच पैदा हो जाता है। फिर ध्यान नाल सुनियो इस गल नूं, बंदे नूं देवे ना कुछ ते उहदे अंदर एक लालच छिपिया हुंदा, स्वार्थ छिपिया हुंदा है। जे मैं इनू 1000 दिता है, मैं कल नूं रब दे कोलों लख मंगना है, वेख मैं मदद करके आया इहदी, वेख मैं इनू दे के आया। या बंदा कहता है कि मैं तेनू 1000 दिता, वेखी किते मैनू भुल ना जाई, मैनू याद रखी, भावें दई ना मैनू याद रखी। बस ये है कि बंदे दा लालच। रब नहीं कहता कि भी तू मैनू याद कर। सतगुरु जी गुरु नानक महाराज जी कहते, वड्डा दाता तिल ना तमाए। वो वड्डा दाता ते है, पर मन दे विच तिल जिन्नी भी तमा लालच नहीं है उहदे अंदर, भावें तू याद कर या ना कर, ये तां तेरा फर्ज बनता है, तू याद करना है कि नहीं करना। सो इस करके सतगुरु जी कहते ये भी गल नाल ही चलेगी। इत्थे सतगुरु जी कहते, कहो नानक मन सिमरते पूरन होवे काम। जदों तुसी 12वां बाणी पढ़ते हो ना, धन गुरु अर्जन देव महाराज जी दी, ते ओहदे लास्ट दे विच सतगुरु जी एक बड़ा कमाल दा वचन उचारण करदे आ। उत्थे सतगुरु जी इनू कहंदे, ते पूरन होवे काम। पूरन होवे काम किवें? जिन जिन नाम ध्याया। काम तां उहदे पूरे होणगे जिन्हां जिन्हां ने नाम ध्याया, जिन्हां जिन्हां ने नाम नूं जपिया, जिन्हां जिन्हां ने सिमरिया। जिन जिन नाम ध्याया तिनके काज सरे। फिर नाल ही अगे बाणी में होर प्रमाण सतगुरु जी देंदे आ। सतगुरु जी कहते, जेड़े रब दे नाम नूं सिमरन लग गए, रब दी बाणी वाल जुड़ गए, सतगुरु जी कहते सभे काज सुहेलड़े थिए। सारे काज उन्हां दे की हो गए? सुहेलड़े हो गए। गुर नानक सतगुर तुठा।
ਉਹ ਤਰੁੱਟ ਪਿਆ, ਉਹਨੇ ਕਿਰਪਾ ਕਰ ਦਿੱਤੀ। ਜਿਹੜੇ ਕਾਰਜ ਆਰੰਭੇ ਸਨ ਸਤਿਗੁਰੂ ਜੀ ਨੇ ਨੇਪਰੇ ਚਾੜ ਦਿੱਤੇ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਕਾਜ ਸਰ ਗਿਆ। ਇੱਥੇ ਵੀ ਇਹੀ ਗੱਲ ਕਹਿੰਦੇ ਆ, ਪੂਰਨ ਹੋਵੇ ਕਾਮ। ਇੱਥੇ ਸ਼ਬਦ ਸਤਿਗੁਰੂ ਜੀ ਵਰਤਦੇ ਆ ਪੂਰਨ, ਭਾਵ ਮੁਕੰਮਲ। ਇੱਕ ਤਾਂ ਹੁੰਦਾ ਨਾ ਪੂਰਾ ਭਾਵ, ਉਹਦੇ ਵਿੱਚ ਕਿਤੇ ਨਾ ਕਿਤੇ ਅਧੂਰਾਪਨ ਰਹਿ ਜਾਂਦਾ ਹੈ। ਪੂਰਨ ਸ਼ਬਦ ਜਿਹੜਾ ਪੂਰਾ ਸ਼ਬਦ ਹੈ ਨਾ, ਉਹ ਅਧੂਰਾ ਨਹੀਂ ਹੈ, ਅੱਧ ਵਿਚਕਾਰ ਲਟਕਾਉਣ ਵਾਲਾ ਨਹੀਂ ਹੈ ਸਾਨੂੰ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਆ, ਉਹ ਪਰਮਾਤਮਾ ਜਿਹੜਾ ਜਦੋਂ ਵੀ ਕਾਰਜ ਨੇਪੜੇ ਚਾੜਦਾ ਪੂਰੇ ਚਾੜਦਾ, ਉਹ ਕਦੀ ਅਧੂਰਾ ਕੰਮ ਨਹੀਂ ਛੱਡਦਾ। ਇਸੇ ਕਰਕੇ ਉਹਨੂੰ ਕਿਹਾ ਗਿਆ ਪੂਰੇ ਕਾ ਕੀਆ ਸਭ ਕਿਛ ਪੂਰਾ, ਘਾਟ ਵਾਦ ਕਛ ਨਹੀਂ। ਉਹਦੇ ਕੰਮ ਦੇ ਵਿੱਚ ਕੋਈ ਘਾਟਵਾਦ ਨਹੀਂ ਹੈ। ਜਦੋਂ ਵੀ ਕੋਈ ਘਾਟ ਜਾਂ ਵਾਦ ਹੁੰਦੀ ਹੈ, ਉਹ ਬੰਦੇ ਦੇ ਕੰਮ ਵਿੱਚ ਹੁੰਦੀ ਹੈ। ਬੰਦਾ ਮੁਕੰਮਲ ਨਹੀਂ ਹੈ, ਬੰਦਾ ਅਧੂਰਾ ਹੈ। ਹਾਲਾਂਕਿ ਅਸੀਂ ਕਹਿ ਦਿੰਦੇ ਹਾਂ ਕਿ ਬੰਦਾ ਮਰ ਜੇ ਤੇ ਕਹਿ ਦਈਏ ਕਿ ਪੂਰਾ ਹੋ ਗਿਆ। ਨਹੀਂ, ਕਿੱਦਾਂ ਪੂਰਾ ਹੋ ਗਿਆ? ਉਹ ਪੂਰਾ ਨਹੀਂ, ਬੰਦੇ ਲਈ ਵਰਤਿਆ ਜਾਂਦਾ ਹੈ। ਪਰ ਚੇਤੇ ਰੱਖਣਾ, ਇਹ ਸ਼ਬਦ ਸਿਰਫ ਨਿਰੰਕਾਰਲੀ ਬਾਣੀ ਦੇ ਵਿੱਚ ਵਰਤਿਆ ਗਿਆ। ਜਿਵੇਂ ਆਪਾਂ ਪੜ੍ਹਦੇ ਹਾਂ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਮੁਕੰਮਲ ਤਾਂ ਇੱਕੋ ਹੀ ਹੈ, ਰੱਬ ਦੁਨੀਆ ਦੇ ਉੱਤੇ ਬੰਦਾ ਮੁਕੰਮਲ ਨਹੀਂ ਜੇ, ਤੇ ਨਾ ਹੀ ਕਦੀ ਹੋ ਸਕਦਾ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ, ਉਹ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਜਿਹੜੇ ਆ ਉਹ ਸਫਲ ਹੋ ਜਾਣਗੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਨ। 40 ਨੰਬਰ ਸਲੋਕ ਦੀ ਵਿਚਾਰ ਆਪਾਂ ਸਾਂਝੀ ਕਰ ਲਈ। ਕੱਲ੍ਹ ਨੂੰ 41 ਨੰਬਰ ਸਲੋਕ ਦੀ ਵਿਆਖਿਆ ਸਾਂਝੀ ਕਰਾਂਗੇ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ